ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਸਾਨੂੰ ਨਿਤ ਪ੍ਰਤੀ ਦਿਨ ਆਪ ਦੇ ਵਚਨ ਦਾ ਮਨਨ ਕਰਨ ਦੇ ਲਈ ਸਾਡੀ ਮਦਦ ਕਰਦਾ ਹੈ ਔਰ ਸਾਨੂੰ ਆਪਣੀਆਂ ਜੂਹਾਂ ਦੇ ਵਿੱਚ ਚਰਾਉਣਾ ਹੈ ਕਿ ਅਸੀਂ ਤੇਰੇ ਨਾਮ ਨੂੰ ਆਦਰ, ਮਾਣ ਅਤੇ ਸਨਮਾਨ ਦੇ ਸਕੀਏ ਔਰ ਤੇਰਾ ਹੀ ਨਾਮ ਉੱਚਾ ਹੋ ਸਕੇ। ਜਦੋਂ ਅਸੀਂ ਪਿਤਾ ਦੇ ਸੰਬੰਧ ਦੇ ਵਿੱਚ ਲਗਾਤਾਰ ਅਧਿਐਨ ਕਰਨ ਜਾ ਰਹੇ ਹਾਂ, ਉਹ ਪਰਮੇਸ਼ਰ ਪਿਤਾ ਇਸ ਭੇਤ ਨੂੰ ਸਮਝਣ ਦੇ ਲਈ, ਇਸ ਦੇ ਅਨੁਸਾਰ ਜੀਵਨ ਜੀਣ ਦੇ ਲਈ ਸਾਡੀ ਮਦਦ ਕਰ, ਤਾਂ ਕਿ ਸਾਡਾ ਪਿਤਾ ਪੁੱਤਰ ਦੀ ਅਧੀਨਤਾ ਦੇ ਨਾਲ ਤੇਰਾ ਪਰਮੇਸ਼ਰ ਪਿਤਾ ਸੰਬੰਧ ਸਾਡੇ ਨਾਲ ਬਣਿਆ ਰਹੇ ਔਰ ਤੇਰਾ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋਵੇ। ਇਸ ਵਚਨ ਨੂੰ ਔਰ ਸੁਣਨ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਜਿਉਂਦੀ ਆਸ ਦਾ ਇਹ ਵਚਨ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰਨ ਦੇ ਲਈ ਤੇਰੇ ਕੋਲੋਂ ਬਲ ਮੰਗਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਲਗਾਤਾਰ ਅਸੀਂ ਪ੍ਰਾਰਥਨਾ ਦੇ ਨਾਲ ਇਸ ਵਚਨ ਦਾ ਅਧਿਐਨ ਕਰਦੇ ਜਾ ਰਹੇ ਹਾਂ ਕਿ ਸਾਡਾ ਪਿਤਾ ਦੇ ਨਾਲ ਕੀ ਰਿਸ਼ਤਾ ਹੈ। ਔਰ ਇਸ ਸੰਬੰਧ ਦੇ ਵਿੱਚ ਹੁਣ ਤੱਕ ਅਸੀਂ 6 ਭਾਗ ਕਰ ਚੁੱਕੇ ਹਾਂ ਔਰ ਇਸ ਦੇ ਜੋ ਆਖਰੀ ਭਾਗ ਦੇ ਵਿੱਚ ਮੈਂ ਗੱਲ ਕੀਤੀ ਸੀਗੀ ਕਿ ਸਾਡਾ ਪਿਤਾ ਦੇ ਨਾਲ ਕੀ ਰਿਸ਼ਤਾ ਹੈ। ਪੁੱਤਰ ਵਿੱਚ ਪਿਤਾ ਦੇ ਨਾਲ ਯੁਗਾਨ ਯੁਗ ਦਾ ਰਾਜ, ਇਹ ਰਿਸ਼ਤੇ ਦੇ ਵਿੱਚ ਆ ਰਿਹਾ ਹੈ। ਫਿਰ ਇਹ ਕਿਵੇਂ ਆ ਸਕਦਾ ਹੈ? ਜਦ ਅਸੀਂ ਤੌਬਾ ਕਰਦੇ ਹਾਂ ਤਾਂ ਅਸੀਂ ਇਸ ਦੇ ਅਧਿਕਾਰੀ ਬਣਦੇ ਹਾਂ। ਅੱਜ ਮੈਂ ਆਪ ਨੂੰ ਦੱਸ ਰਿਹਾ ਹਾਂ ਕਿ ਜੋ ਪੁੱਤਰ ਹੈ ਉਹ ਪਿਤਾ ਦੇ ਅਧੀਨ ਹੈ। ਜਿਹੜੀ ਅਧੀਨਤਾ ਸਾਡੇ ਵਿੱਚ ਪਿਤਾ ਅਤੇ ਪੁੱਤਰ ਦੇ ਸੰਬੰਧ ਵਿੱਚ ਆਉਂਦੀ ਹੈ, ਉਹ ਆਗਿਆਕਾਰੀਤਾ ਨੂੰ ਵੀ ਪ੍ਰਗਟ ਕਰਦੀ ਹੈ। ਉਹ ਸਾਡੇ ਵਿੱਚ ਪਰਮੇਸ਼ਰ ਦੇ ਆਗਿਆਕਾਰੀਤਾ ਦੇ ਨਾਲ ਪਰਮੇਸ਼ਰ ਦੇ ਪ੍ਰੇਮ ਨੂੰ ਵੀ ਸਾਡੇ ਵਿੱਚ ਪ੍ਰਗਟ ਕਰਦੀ ਹੈ। ਮੈਂ ਜਦੋਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ ਤਾਂ ਇਸ ਵਚਨ ਦੇ ਵਿੱਚ ਮੈਂ ਅੱਜ ਆਪ ਦੇ ਨਾਲ ਜੋ ਗੱਲ ਕਰਨ ਜਾ ਰਿਹਾ ਹਾਂ ਕਿ ਪੁੱਤਰ ਪਿਤਾ ਦੇ ਅਧੀਨ, ਇਹ ਇੱਕ ਬੜਾ ਪ੍ਰਗਾੜ, ਇਹ ਇੱਕ ਬੜਾ ਗਹਿਰਾ ਪਰਮੇਸ਼ਰ ਪੁੱਤਰ ਦਾ ਰਿਸ਼ਤਾ ਸੀ, ਜਿਸ ਵਿੱਚ ਅਸੀਂ ਬਾਈਬਲ ਦੇ ਵਿੱਚ ਬਾਰ-ਬਾਰ ਇਹਨਾਂ ਗੱਲਾਂ ਦੇ ਉੱਤੇ ਅਸੀਂ ਅਧਿਐਨ ਕਰਦੇ ਆ ਰਹੇ ਹਾਂ। ਯਿਸੂ ਮਸੀਹ ਮਨੁੱਖ ਬਣਿਆ ਤਾਂ ਉਸ ਆਪਣੀ ਸਵੈ ਇੱਛਾ ਦੇ ਨਾਲ ਪਰਮੇਸ਼ਵਰ ਦੇ ਅਧੀਨ ਹੋ ਕੇ ਉਸ ਨੇ ਪਰਮੇਸ਼ਵਰ ਦੇ ਅੱਗੇ ਆਪਣੇ ਆਪ ਨੂੰ ਨੀਵਾਂ ਬਣਾਇਆ। ਅੱਜ ਅਸੈਂਬਲੀਜ਼ ਦੇ ਵਿੱਚ, ਪਰਿਵਾਰਾਂ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਜਾਂ ਆਫਿਸ ਲਾਈਨ ਦੇ ਵਿੱਚ ਬਹੁਤ ਘੱਟ ਲੋਕ ਹੈ ਜਿਹੜੇ ਅਧੀਨ ਰਹਿੰਦੇ ਆ। ਬਹੁਤ ਘੱਟ ਲੋਕ ਹੈ ਜੋ ਅਧੀਨ ਰਹਿੰਦੇ ਆ। ਮੈਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਇੱਕ ਭਰਾ ਦਾ ਸੰਦੇਸ਼ ਆ ਰਿਹਾ ਸੀ, ਜਿਸ ਵਿੱਚ ਮੈਂ ਵੇਖ ਰਿਹਾ ਸੀ ਕਿ ਜਿਹੜਾ ਇੱਕ ਸੇਵਕ ਹੈ ਉਸ ਨੂੰ ਆਪਣੀ ਮੰਡਲੀ ਦੇ ਕਿਸ ਤਰ੍ਹਾਂ ਅਧੀਨ ਰਹਿਣਾ ਹੈ ਔਰ ਕਿਸ ਤਰ੍ਹਾਂ ਮੰਡਲੀ ਦੇ ਨਾਲ ਚੱਲਣਾ ਹੈ, ਕਿਸ ਤਰ੍ਹਾਂ ਮੰਡਲੀ ਦੇ ਨਾਲ ਚੱਲ ਕੇ ਪਰਮੇਸ਼ਵਰ ਦੇ ਪ੍ਰਤੀਫਲ ਨੂੰ ਪ੍ਰਾਪਤ ਕਰਨਾ ਹੈ। ਇਹ ਸਾਰਾ ਆਪਣੇ ਆਪ ਨੂੰ ਨੀਵਾਂ ਬਣਾ ਕੇ ਪਰਮੇਸ਼ਵਰ ਦੇ ਅਧੀਨ ਦਇਆ, ਨਮਰਤਾ ਦੇ ਨਾਲ ਰਹਿਣਾ, ਇਹ ਪਰਮੇਸ਼ਵਰ ਨੂੰ ਪਸੰਦ ਹੈ। ਔਰ ਪ੍ਰਭੂ ਯਿਸੂ ਮਸੀਹ ਦੀ ਲਾਈਫ ਨੂੰ ਅਸੀਂ ਦੇਖੀਏ ਤਾਂ ਉਸਨੇ ਸਾਡੇ ਨਾਲ ਕੁਝ ਅਜਿਹਾ ਹੀ ਕੀਤਾ ਹੈ। ਜਦੋਂ ਮੈਂ ਯਹੋਨਾ ਦੀ ਅੰਜੀਲ ਉਸ ਦਾ 14 ਅਧਿਆਇ 28 ਆਇਤ ਨੂੰ ਪੜ੍ਹਦਾ, ਜਿੱਥੇ ਪ੍ਰਭੂ ਯਿਸੂ ਮਸੀਹ ਕੁਝ ਇਸ ਪ੍ਰਕਾਰ ਕਹਿੰਦਾ ਹੈ, ਤੁਸਾਂ ਸੁਣਿਆ ਜੋ ਮੈਂ ਤੁਹਾਨੂੰ ਆਖਿਆ ਸੀ, ਭਾਈ ਮੈਂ ਚਲਿਆ ਜਾਣਾ ਹਾਂ ਅਤੇ ਫਿਰ ਤੁਹਾਡੇ ਕੋਲ ਆਉਣਾ ਹਾਂ। ਜੋ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਇਸ ਤੋਂ ਆਨੰਦ ਹੁੰਦੇ ਜੋ ਮੈਂ ਪਿਤਾ ਕੋਲ ਜਾਣਾ ਹਾਂ, ਕਿਉਂ ਜੋ ਪਿਤਾ ਮੈਥੋਂ ਵੱਡਾ ਹੈ। ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਤਵ ਹੁੰਦੇ ਹੋਏ ਵੀ ਇਸ ਦੁਨੀਆ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਵੱਡਾ ਨਹੀਂ ਕੀਤਾ। ਪਿਤਾ ਦੇ ਅਧੀਨ ਆਪਣੇ ਆਪ ਨੂੰ ਰੱਖਿਆ,
ਪਿਤਾ ਦੇ ਅਧੀਨ ਹੋ ਕੇ ਉਸਨੇ ਇਹ ਸਾਰੇ ਕਾਰਜ। ਇੱਥੋਂ ਸਾਡੀ ਪਿਤਾ ਤੇ ਪੁੱਤਰ ਦੀ ਪਛਾਣ ਬੜੀ ਗਹਿਰੀ ਹੁੰਦੀ ਹੈ। ਪਿਤਾ ਤੇ ਪੁੱਤਰ ਦੀ ਪਛਾਣ ਬੜੀ ਗਹਿਰੀ ਹੁੰਦੀ ਹੈ। ਯਿਸੂ ਮਸੀਹ ਮਨੁੱਖ ਦੇ ਰੂਪ ਵਿੱਚ ਬੇਅੰਤ ਪਰਮੇਸ਼ਵਰ ਦੇ ਵਿਖੇ ਇਹ ਗੱਲਾਂ ਕਹਿ ਰਿਹਾ। ਬੇਅੰਤ ਪਰਮੇਸ਼ਵਰ ਦੇ ਵਿਖੇ ਗੱਲ ਕਹਿ ਰਿਹਾ। ਜਦ ਯਿਸੂ ਪਵਿੱਤਰ ਆਤਮਾ ਦੀ ਸਾਮਰਥ ਨਾਲ ਗਰਭ ਵਿੱਚ ਪਿਆ, ਮਤਲਬ ਕਿ ਕੁੱਖ ਵਿੱਚ ਪਿਆ, ਤਾਂ ਉਸ ਦਾ ਪਰਮੇਸ਼ਵਰ ਦੇ ਨਾਲ ਇੱਕ ਅਜਿਹਾ ਸੰਬੰਧ ਸਥਾਪਿਤ ਹੋਇਆ ਜੋ ਪਰਮੇਸ਼ਵਰ ਦੀ ਅਧੀਨਤਾ ਨੂੰ ਬੜੇ ਸਾਫ਼ ਨੀਤੀ ਨਾਲ ਪ੍ਰਗਟ ਕਰਦਾ ਹੈ। ਅਸੀਂ ਉਹਨੂੰ ਕਿੱਦਾਂ ਦੇਖਦੇ ਹਾਂ? ਜਦੋਂ ਮੈਂ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਯਿਸੂ ਮਸੀਹ ਦੇ ਸਵਰੂਪ ਦੇ ਬਾਰੇ ਲੇਖਕ ਬੜੀ ਸੁੰਦਰ ਗੱਲ ਕਹਿੰਦਾ ਹੈ। ਕਹਿੰਦਾ, ਕਿਉਂ ਜੋ ਦੂਤਾਂ ਵਿੱਚੋਂ ਪਰਮੇਸ਼ਵਰ ਨੇ ਕਿਹਨੂੰ ਕਦੇ ਆਖਿਆ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ, ਅਤੇ ਫਿਰ ਇਹ ਮੈਂ ਉਹਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਕਿਹਾ ਕਿਸੇ ਨੂੰ ਪਿਤਾ ਨੇ, ਕਿਸੇ ਸਵਰਗਦੂਤ ਨੂੰ ਨਹੀਂ ਕਿਹਾ, ਕਿਸੇ ਪ੍ਰਾਚੀਨ ਨੂੰ ਨਹੀਂ ਕਿਹਾ, ਕਿਸੇ ਪ੍ਰਾਣੀ ਨੂੰ ਨਹੀਂ ਕਿਹਾ, ਕਿਸੇ ਕਰੂਬ ਨੂੰ ਨਹੀਂ ਕਿਹਾ। ਕਿਹਨੂੰ ਕਿਹਾ? ਪੁੱਤਰ ਨੂੰ। ਔਰ ਪੁੱਤਰ ਵਿੱਚੋਂ ਮੇਰੇ ਵਿੱਚ ਪੁੱਤਰ ਦਾ ਰਿਸ਼ਤਾ ਹੈ ਨਾ। ਬੜੀ ਅਦਭੁਤ ਗੱਲ ਔਰ ਅਜੀਬ ਗੱਲ ਕਿ ਕਿੱਦਾਂ ਸਾਡੇ ਵਿੱਚ ਪਰਮੇਸ਼ਵਰ ਨੇ ਪਿਤਾ ਪੁੱਤਰ ਦਾ ਰਿਸ਼ਤਾ ਕਾਇਮ ਕੀਤਾ, ਔਰ ਇਹ ਪ੍ਰਭੂ ਯਿਸੂ ਮਸੀਹ ਦੀ ਅਧੀਨਤਾ ਦੇ ਨਾਲ ਹੋਇਆ। ਅਧੀਨਤਾ ਦੇ ਨਾਲ, ਨਮਰਤਾ ਦੇ ਨਾਲ, ਜਾਲੂਤਾ ਦੇ ਨਾਲ। ਅਸੀਂ ਕਈ ਵਾਰ ਮੈਂ ਦੇਖਿਆ ਹੈ ਕਈ ਗੱਲਾਂ ਦੇ ਵਿੱਚ ਕਈ ਵਿਸ਼ਵਾਸੀਆਂ ਨੂੰ ਜਦੋਂ ਆਪਣਾ ਉਹ ਕਿਸੇ ਕੋਲ ਮੁੜ ਜਾਣਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਬੜਾ ਨੀਵਾਂ ਮਹਿਸੂਸ ਕਰਦੇ। ਉਹਨਾਂ ਦੇ ਵਿੱਚ ਬਾਹਰੋਂ ਤਾਂ ਉਹ ਕਹਿੰਦੇ ਆ ਜੈ ਮਸੀਹ ਦੀ ਬ੍ਰਦਰ, ਜੈ ਮਸੀਹ ਦੀ, ਪਰ ਅੰਦਰ ਉਹੀ ਉਹਨਾਂ ਦੇ ਵਿੱਚ ਮਤਲਬ ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੇ ਵਿੱਚ ਚੀਰ ਹੁੰਦੀ ਹੈ, ਨਹੀਂ ਅਸੀਂ ਤਾਂ ਉੱਚੇ ਹੋ ਕੇ ਦੱਸਾਂ। ਪ੍ਰਭੂ ਯਿਸੂ ਮਸੀਹ ਨੇ ਵੀ ਚੇਲਿਆਂ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਨਾਲੋਂ ਵੀ ਵੱਡੇ ਵੱਡੇ ਕੰਮ ਕਰੋਗੇ। ਪਰ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਤਬ ਹੋ ਕੇ ਵੀ ਮਨੁੱਖਤਾ ਦੇ ਵਿੱਚ ਪੁੱਤਰ ਬਣ ਕੇ ਪਰਮੇਸ਼ਵਰ ਦੇ ਅਧੀਨ ਰਿਹਾ। ਇਹ ਇੱਕ ਰਿਸ਼ਤੇ ਦੀ ਔਰ ਇੱਥੇ ਸਾਡੇ ਇੱਕ ਪਰਮੇਸ਼ਵਰ ਦੇ ਸੱਚੇ ਪੁੱਤਰ ਦੀ ਪਛਾਣ ਸਾਡੇ ਵਿੱਚ ਹੁੰਦੀ ਹੈ। ਜੇ ਗੱਲਾਂ ਸਾਡੇ ਵਿੱਚ ਨਹੀਂ ਤਾਂ ਪਿਆਰੋ ਯਾਦ ਰੱਖਣਾ, ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ। ਫਿਰ ਅਧੀਨਤਾ ਨਜ਼ਰ ਨਹੀਂ ਆ ਰਹੀ। ਫਿਰ ਸਾਡੇ ਵਿੱਚ ਪਰਮੇਸ਼ਵਰ ਦਾ ਜੋ ਅਧੀਨਤਾ ਦਾ ਕਾਰਜ ਆ ਸਾਡੇ ਵਿੱਚ ਪ੍ਰਗਟ ਨਹੀਂ ਹੋ ਰਿਹਾ। ਅਸੀਂ ਪਰਮੇਸ਼ਵਰ ਦੇ ਨੇੜੇ ਤਾਂ ਹਾਂ, ਪਰ ਅਸੀਂ ਉਹ ਆਸ਼ੀਸ਼ ਨੂੰ ਜੋ ਪਿਤਾ ਦੇ ਅਧੀਨ ਰਹਿ ਕੇ ਪੁੱਤਰ ਨੂੰ ਮਿਲੀ ਹੈ ਉਹ ਪ੍ਰਾਪਤ ਨਹੀਂ ਕਰ ਰਹੇ। ਸਮਝ ਆ ਗਈ ਮੇਰੀ ਗੱਲ? ਕਹਿਣ ਦਾ ਮਤਲਬ ਹੈ ਜੋ ਪਰਮੇਸ਼ਵਰ ਪਿਤਾ ਮੈਨੂੰ ਅਧੀਨਤਾ ਦੇ ਨਾਲ ਆਦਰ ਦੇਣਾ ਚਾਹੁੰਦਾ ਹੈ ਉਹ ਆਦਰ ਮੈਨੂੰ ਮਿਲ ਨਹੀਂ ਰਿਹਾ। ਬਾਈਬਲ ਦੇ ਵਿੱਚ ਜਦੋਂ ਅਸੀਂ ਫਿਲਿੱਪੀਆਂ ਦੀ ਪੁਸਤਕ 2 ਅਧਿਆਏ ਪੜ੍ਹਦੇ ਹਾਂ, ਕਹਿੰਦਾ ਮਨੁੱਖ ਦੇ ਰੂਪ ਵਿੱਚ ਸੱਖਣਾ ਹੋ ਕੇ ਪਰਮੇਸ਼ਵਰ ਦੇ ਤੁਲ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣੇ। ਇਹਦਾ ਮਤਲਬ ਉਹ ਪਰਮੇਸ਼ਵਰ ਦੇ ਅਧੀਨ ਰਿਹਾ ਮੌਤ ਤਾਈਂ। ਫਿਰ ਪਰਮੇਸ਼ਵਰ ਨੇ ਉਹਨੂੰ ਕਿੰਨਾ ਆਦਰ ਦਿੱਤਾ, ਕਿੰਨਾ ਸਨਮਾਨ ਦਿੱਤਾ, ਕਿੰਨਾ ਅਸੀਂ ਮਤੀ ਦੀ ਅੰਜੀਲ 28 ਅਧਿਆਏ 'ਚ ਪੜ੍ਹਦੇ ਹਾਂ। ਉਹਨੂੰ ਸਭ ਚੀਜ਼ਾਂ ਦਾ, ਧਰਤੀ ਅਤੇ ਆਕਾਸ਼ ਦੀਆਂ ਸਭ ਚੀਜ਼ਾਂ ਦਾ ਅਖਤਿਆਰ ਦਿੱਤਾ। ਔਰ ਫਿਲਿੱਪੀਆਂ ਦੇ ਵਿੱਚ ਕਹਿੰਦਾ ਉਹਨੂੰ ਉਹ ਨਾਮ ਦਿੱਤਾ ਜਿਹੜਾ ਸਭ ਨਾਮਾਂ ਤੋਂ ਸ੍ਰੇਸ਼ਟ ਹੈ। ਕਿੰਨਾ ਆਦਰ ਹੈ ਅਧੀਨਤਾ ਦੇ ਵਿੱਚ। ਪਰ ਅਸੀਂ ਨਾ ਮਦਰ ਕਲੀਸਿਆ ਦੇ ਵਿੱਚ ਸਾਡਾ ਅਧੀਨਤਾ ਦਾ ਸਵਰੂਪ ਪ੍ਰਗਟ ਹੁੰਦਾ ਹੈ, ਨਾ ਸਾਡੇ ਜੋ ਸਮਾਜ ਦੀ ਮਨੁੱਖਤਾ ਉਹਦੇ ਵਿੱਚ ਅਧੀਨਤਾ ਪ੍ਰਗਟ ਹੁੰਦੀ ਹੈ, ਨਾ ਸਾਡੇ ਵਿੱਚ ਸਾਡੇ ਆਪਣੇ ਪਰਿਵਾਰ ਦੇ ਵਿੱਚ ਹਸਬੈਂਡ ਵਾਈਫ ਹੈ ਜਾਂ ਸਾਡੇ ਬੱਚੇ ਆ ਉਹਨਾਂ ਦੇ ਵਿੱਚ ਅਧੀਨਤਾ ਪ੍ਰਗਟ ਹੁੰਦੀ ਹੈ। ਕਾਰਨ ਈਗੋ ਸਾਡੇ ਵਿੱਚ ਜਿਹੜੀ ਭਰੀ ਹੋਈ ਹੈ ਉਹ ਸਾਨੂੰ ਪਰਮੇਸ਼ਰ ਪੁੱਤਰ ਦੇ ਅਧੀਨਤਾ ਦੇ ਵਿੱਚ ਆਉਣ ਨਹੀਂ ਦਿੰਦੀ।
ਜਿਹਦੇ ਕਰਕੇ ਅਸੀਂ ਇਹ ਆਸ਼ੀਸ਼ਾਂ ਜਿਹੜੀਆਂ ਪਰਮੇਸ਼ਰ ਨੇ ਸਾਨੂੰ ਪੁੱਤਰ ਦੇ ਵਿੱਚ ਦਿੱਤੀਆਂ ਹੋਈਆਂ ਹੈ, ਪੁੱਤਰ ਦੇ ਸੰਬੰਧ ਵਿੱਚ ਦਿੱਤੀਆਂ ਹੋਈਆਂ, ਪ੍ਰਾਪਤ ਨਹੀਂ ਹੋ ਰਹੀਆਂ। ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਪਰਮੇਸ਼ਰ ਦੇ ਅਧੀਨ ਹਾਂ? ਅਸੀਂ ਕਿਸੇ ਦੀ ਗੱਲ ਸੁਣਦੇ ਹਾਂ, ਅਸੀਂ ਉੱਧਰ ਨੂੰ ਤੁਰ ਜਾਂਦੇ ਹਾਂ, ਕਿਸੇ ਦੀ ਗੱਲ ਸੁਣਦੇ ਹਾਂ, ਉੱਧਰ ਨੂੰ ਤੁਰ ਜਾਂਦੇ ਹਾਂ, ਪਰ ਜੋ ਪਰਮੇਸ਼ਰ ਕਹਿ ਰਿਹਾ ਅਸੀਂ ਉਹਦੇ ਵੱਲ ਨਹੀਂ ਜਾ ਰਹੇ। ਅਸੀਂ ਕਹਿੰਦੇ ਹਾਂ ਉਹ ਰਾਈਟ ਹੈ। ਉਹ ਭਾਈ ਬਾਈਬਲ ਤੁਹਾਨੂੰ ਦਿੱਤੀ ਹੈ, ਉਹਦੇ ਵਿੱਚ ਖੋਜੋ, ਉਹਦੇ ਵਿੱਚ ਪਾੜੋ ਤਾਂ ਤੁਹਾਨੂੰ ਸੱਚਾਈ ਮਿਲ ਜਾਏਗੀ, ਪ੍ਰਕਾਸ਼ ਮਿਲ ਜਾਏਗਾ। ਪੌਲੁਸ ਰਸੂਲ ਤਾਂ ਆਪਣੇ ਵਿੱਚ ਸ਼ਰ੍ਹਾ ਦੀ ਈਗੋ ਲੈ ਕੇ ਜਾ ਰਿਹਾ ਸੀ, ਸ਼ਰ੍ਹਾ ਦੇ ਨਾਲ ਉਹ ਮਸੀਹਾਂ ਨੂੰ ਸਤਾ ਰਿਹਾ ਸੀ। ਜਦੋਂ ਪਰਮੇਸ਼ਰ ਨੇ ਆਪਣਾ ਪ੍ਰਕਾਸ਼ ਉਹਦੇ ਉੱਤੇ ਪ੍ਰਗਟ ਕੀਤਾ ਤਾਂ ਉਹ ਇੰਨਾ ਅਧੀਨ ਹੋ ਗਿਆ, ਉਹ ਇੰਨਾ ਅਧੀਨ ਹੋ ਗਿਆ। ਜਦੋਂ ਮੈਂ ਦੂਸਰਾ ਕਰੰਥੀਆਂ 11 ਅਧਿਆਏ ਪੜ੍ਹਦਾ ਤਾਂ ਮੈਂ ਵਾਕਈ ਹਿੱਲ ਜਾਂਦਾ ਕਿ ਕਿੱਦਾਂ ਦੇ ਰਾਹਾਂ ਦੇ ਵਿੱਚ ਉਹਨੂੰ ਗੁਜ਼ਰਨਾ ਪਿਆ, ਕਿੰਨੇ ਸੰਤਾਪ ਉਹਨੂੰ ਝੱਲਣੇ ਪਏ, ਫਿਰ ਵੀ ਉਹ ਪਰਮੇਸ਼ਰ ਦੀ ਮਹਿਮਾ ਕਰਦਾ। ਪਿਤਾ ਪੁੱਤਰ ਦਾ ਇਹੀ ਤਾਂ ਰਿਸ਼ਤਾ ਹੈ। ਕੀ ਉਹ ਸਾਡੇ ਵਿੱਚ ਨਜ਼ਰ ਆ ਰਿਹਾ? ਕੀ ਉਹ ਸਾਡੇ ਵਿੱਚ ਸਾਨੂੰ ਆਪਣਾ ਸਮਝ ਆ ਰਹੀ ਹੈ ਕਿ ਅਸੀਂ ਇਸ ਤਰ੍ਹਾਂ ਹੈ? ਜੇ ਸਾਡੇ ਕਿਸੇ ਭਰਾ ਨੇ ਸਾਨੂੰ ਕੁਝ ਕਹਿ ਦਿੱਤਾ ਹੈ, ਜਾਂ ਸਾਡੀ ਕਿਸੇ ਭੈਣ ਨੇ ਕੁਝ ਕਹਿਤਾ ਹੈ, ਜਾਂ ਸਾਡੇ ਕੁਝ ਬੱਚੇ ਨੇ ਸਾਨੂੰ ਕੁਝ ਕਹਿਤਾ ਹੈ, ਜਾਂ ਸਮਾਜ ਦੇ ਵਿੱਚ ਸਾਡੇ 'ਚ ਬਰਦਾਸ਼ਤ ਦੀ ਉਹ ਅੰਦਰ ਦੀ ਤਾਕਤ ਨਹੀਂ ਹੈ, ਕਿਵੇਂ ਅਸੀਂ ਉਸ ਸੰਬੰਧ ਦੇ ਵਿੱਚ ਅੱਗੇ? ਪਰਮੇਸ਼ਰ ਪੁੱਤਰ ਨੇ ਸਭ ਕੁਝ ਬਰਦਾਸ਼ਤ ਕੀਤਾ ਅਧੀਨਤਾ ਦੇ ਵਿੱਚ। ਉਹਨੇ ਪਿਤਾ ਦੇ ਨਾਲ ਸ਼ਿਕਾਇਤ ਨਹੀਂ ਕੀਤੀ ਕਦੇ ਵੀ। ਅਸੀਂ ਸ਼ਿਕਾਇਤਾਂ ਲੈ ਕੇ ਆ ਜਾਂਦੇ ਹਾਂ। ਕਿਵੇਂ ਹੋਵੇਗਾ? ਕਿਵੇਂ ਅਸੀਂ ਅੱਗੇ ਵਧਾਂ? ਅਸੀਂ ਆਪਣੇ ਆਪ ਦੇ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ। ਕਹਿੰਦਾ ਜੇ ਪਰਮੇਸ਼ਰ ਉੱਚਾ ਕਰੇ ਤਾਂ ਅਸੀਂ ਉੱਚੇ ਹੋਵਾਂਗੇ, ਨਹੀਂ ਤਾਂ ਸਾਡੀ ਆਪਣੀ ਕੋਸ਼ਿਸ਼, ਸਾਡੇ ਆਪਣੇ ਵਿਚਾਰ ਸਾਨੂੰ ਸੁੱਟ ਕੇ ਰੱਖ ਦੇਣਗੇ। ਅਸੀਂ ਉੱਥੇ ਦੇ ਉੱਥੇ ਰਵਾਂਗੇ। ਮੈਂ ਇੱਕ ਹੋਰ ਵਚਨ ਪੜਾਂਗਾ, ਲੂਕਾ ਦੀ ਅੰਜੀਲ ਉਸ ਦਾ 1 ਅਧਿਆਇ ਉਸ ਦੀ 35 ਆਇਤ ਦੇ ਵਿੱਚ ਪਰਮੇਸ਼ਵਰ ਕੀ ਕਹਿ ਰਿਹਾ ਹੈ। ਇਹ ਗੱਲ ਬੜੀ ਮਹੱਤਵਪੂਰਨ ਹੈ। ਜਦੋਂ ਮੈਂ ਇਸ ਨੂੰ ਪੜ੍ਹਦਾ ਹਾਂ ਤਾਂ ਲਿਖਿਆ ਹੈ, ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਔਰ ਅਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਲੂਕਾ ਦੇਖੋ ਕਿੰਨੀ ਵੱਡੀ ਅਤੇ ਕਿੰਨੀ ਸੁੰਦਰ ਗੱਲ ਪਰਮੇਸ਼ਵਰ ਦੇ ਉਸ ਪੁੱਤਰ ਦੇ ਸੰਬੰਧ ਦੇ ਵਿੱਚ, ਰਿਲੇਸ਼ਨ ਦੇ ਸੰਬੰਧ ਦੇ ਵਿੱਚ ਜੋ ਗੱਲ ਮੈਂ ਪਹਿਲਾਂ ਪਿੱਛੇ ਕਹਿ ਕੇ ਆਇਆ ਹਾਂ ਕਿ ਸਾਡੇ ਲਈ ਇੱਕ ਪੁੱਤਰ ਜੰਮਿਆ, ਇੱਕ ਪੁੱਤਰ ਬਖਸ਼ਿਆ ਗਿਆ। ਪ੍ਰਭੂ ਤਾਂ ਜਿਸ ਦੇ ਕੰਧੇ ਦੇ ਵਿੱਚ ਸੀ, ਬਖਸ਼ਿਆ ਗਿਆ। ਉਸ ਦੇ ਬਾਰੇ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜਾ ਪੁੱਤਰ ਬਖਸ਼ਿਆ ਗਿਆ ਉਹ ਸਾਨੂੰ ਸਦੀਪਕ ਜਿਉਣ ਦੇ ਲਈ ਬਖਸ਼ਿਆ ਗਿਆ। ਉਹ ਅਧੀਨ ਰਿਹਾ ਤਦ ਹੀ ਇਹ ਜੀਵਨ ਮਿਲਿਆ। ਜੇ ਉਹ ਅਧੀਨ ਨਹੀਂ ਰਹਿੰਦਾ ਤਾਂ ਅਸੀਂ ਅੱਜ ਮਸੀਹ ਦੇ ਵਿੱਚ ਆਪ ਦੇ ਨਾਲ ਰੂਬਰੂ ਨਾ ਹੁੰਦੇ, ਅਸੀਂ ਆਪ ਦੇ ਨਾਲ ਪਰਮੇਸ਼ਰ ਦੇ ਵਚਨ ਦੀ ਗੱਲ ਨਾ ਕਰਦੇ ਹੁੰਦੇ, ਅਸੀਂ ਪਰਮੇਸ਼ਰ ਦੇ ਵਿੱਚ ਆਪ ਦੇ ਨਾਲ ਪਰਮੇਸ਼ਰ ਦੀਆਂ ਪ੍ਰੇਮ ਦੀਆਂ ਗੱਲਾਂ ਨਾ ਕਰਦੇ ਹੁੰਦੇ। ਪਰ ਉਹ ਅਧੀਨ ਰਿਹਾ। ਸਭ ਤੋਂ ਵੱਡੀ ਗੱਲ ਇਹ ਹੈ ਜਿਸ ਦੇ ਨਾਲ ਮੈਨੂੰ ਅੱਜ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ ਕਰਨ ਦਾ ਹੱਕ ਕਿੱਥੋਂ ਮਿਲ ਰਿਹਾ ਹੈ? ਪਿਤਾ ਦੇ ਉਸ ਪੁੱਤਰ ਦੇ ਰਾਹੀਂ ਜਿਹੜਾ ਮੇਰੇ ਲਈ ਇਸ ਦੁਨੀਆ ਦੇ ਵਿੱਚ ਦਿੱਤਾ ਗਿਆ। ਤਦ ਮੈਂ ਅੱਜ ਪਰਮੇਸ਼ਰ ਦੇ ਨਾਲ ਉਸ ਹੱਕ ਨੂੰ ਪ੍ਰਾਪਤ ਕਰ ਰਿਹਾ। ਇਹ ਕਿੱਦਾਂ? ਅਧੀਨਤਾ ਨੇ। ਜੇ ਪੁੱਤਰ ਅਧੀਨ ਰਿਹਾ ਤਾਂ ਉਸ ਦਾ ਜਿਹੜਾ ਚਰਿੱਤਰ ਹੈ ਜਾਂ ਉਸ ਦਾ ਜਿਹੜਾ ਗੁਣ ਹੈ ਉਹ ਮੇਰੇ ਵਿੱਚ ਵੀ ਪ੍ਰਗਟ ਹੁੰਦਾ ਹੈ। ਸਾਡੇ ਸਮਾਜ 'ਚ ਕਹਿ ਦਿੰਦੇ ਆ, ਕਈ ਵਾਰੀ ਅਸੀਂ ਦੇਖਦੇ ਹਾਂ ਜੇ ਕੋਈ ਬੰਦਾ ਗਲਤ, ਲੈ ਇਹਦਾ ਪੇ ਸ਼ਰਾਬੀ ਹੈ ਤਾਂ ਇਹ ਵੀ ਸ਼ਰਾਬੀ ਹੈ, ਇਹ ਸੁਨਾਰ ਦਾ ਪੁੱਤ। ਕੋਈ ਕਹਿੰਦਾ ਕਿ ਯਿਸੂ ਮਸੀਹ ਦੇ ਵਿੱਚ ਪਰਮੇਸ਼ਰ ਦੇ ਪੁੱਤਰ। ਇਹ ਤਦੇ ਹੋਵੇਗਾ ਜੇ ਅਸੀਂ ਉਸ ਸੁਭਾਅ ਦੇ ਵਿੱਚ, ਉਸ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਬਤੀਤ ਕਰਦੇ ਜਾਵਾਂਗੇ।
ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਇਆ ਹੈ। ਇਸ ਦੁਨੀਆ ਦੇ ਵਿੱਚ ਆ ਕੇ ਉਸਨੇ ਪਰਮੇਸ਼ਵਰ ਦੇ ਚਾਰਿਤਰ ਨੂੰ ਪ੍ਰਗਟ ਕੀਤਾ ਹੈ। ਇਸ ਕਰਕੇ ਅਸੀਂ ਜਾਣਦੇ ਹਾਂ ਕਿ ਉਹ ਪਰਮੇਸ਼ਵਰ ਪੁੱਤਰ ਸੀ। ਰਾਈਟ ਹੈ, ਇਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਉਸ ਦੇ ਲਈ ਸਾਨੂੰ ਆਪਣੇ ਆਪ ਨੂੰ ਉਸ ਅਧੀਨਤਾ ਦੇ ਵਿੱਚ, ਉਸ ਨਮਰਤਾ ਦੇ ਵਿੱਚ, ਉਸ ਦਿਆਲੂਤਾ ਦੇ ਵਿੱਚ ਲੈ ਕੇ ਆਉਣਾ ਪਏਗਾ। ਹੁਣ ਮੈਂ ਆਪ ਦੇ ਨਾਲ ਇਹ ਗੱਲਾਂ ਦੱਸਾਂਗਾ ਕਿ ਕਿਹਨਾਂ ਗੱਲਾਂ ਦੇ ਵਿੱਚ ਪੁੱਤਰ ਪਿਤਾ ਦੇ ਅਧੀਨ ਰਿਹਾ, ਕਿਹਨਾਂ ਗੱਲਾਂ ਦੇ ਵਿੱਚ ਪੁੱਤਰ ਪਿਤਾ ਦੇ ਅਧੀਨ ਰਿਹਾ। ਨੰਬਰ 1, ਯਿਸੂ ਮਸੀਹ ਨੇ ਪਿਤਾ ਲਈ ਧਰਤੀ ਉੱਤੇ ਆਪਣਾ ਜੀਵਨ ਬਤੀਤ ਕੀਤਾ। ਪਿਤਾ ਲਈ ਧਰਤੀ ਉੱਤੇ ਜੀਵਨ ਬਤੀਤ ਕੀਤਾ। ਆਗਿਆਕਾਰੀ ਤਾਂ ਹੈ। ਪਿਤਾ ਨੇ ਕਮਾਂਡ ਦਿੱਤੀ ਹੈ ਔਰ ਪੁੱਤਰ ਨੇ ਮੰਨ ਲਿਆ ਹੈ। ਉਹਨੇ ਕੋਈ ਆਨਾਕਾਨੀ ਨਹੀਂ ਕੀਤੀ। ਇੱਥੇ ਜੇ ਅਸੀਂ ਕਹਿ ਦਈਏ ਹਾਂਜੀ ਭਾਈ ਜੀ ਇਹ ਕੰਮ, ਉਹ ਕੰਮ ਬੜਾ ਹੈ ਯਾਰ, ਨਹੀਂ ਹੋ ਸਕਦਾ, ਭਾਜੀ ਤੁਸੀਂ ਕਿਸੇ ਹੋਰ ਨੂੰ ਕਹਿ ਦਿਓ, ਅਧੀਨਤਾ ਹੀ ਖਤਮ ਹੈ। ਪਤਾ ਵੀ ਇਹ ਖਾਲੀ ਹੈ, ਫਿਰ ਵੀ ਕੀ ਕਰ ਰਹੇ? ਇਗਨੋਰ ਕਰ ਰਹੇ। ਮੈਂ ਪਿਛਲੇ ਕੱਲ ਸੰਡੇ ਦੇ ਵਿੱਚ ਬੈਠਾ ਹੋਇਆ ਸਾਂ ਤਾਂ ਸਾਡੇ ਅਸੈਂਬਲੀ ਦੇ ਵਿੱਚ 30 ਤੋਂ 40 ਬੰਦੇ ਜਿਹੜੇ ਆ ਉਹ ਟਾਈਫਾਈਡ ਬਿਮਾਰੀ ਦੇ ਨਾਲ ਜੂਝ ਰਹੇ ਸੀ ਔਰ ਉਹਨਾਂ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਣ ਲੱਗ ਗਈਆਂ। ਉਹਨਾਂ ਨੇ ਕਿਹਾ ਕੋਵਿਡ ਹੈ, ਇੱਕ ਦੂਸਰੇ ਤੋਂ ਫੈਲ ਗਿਆ, ਏਦਾਂ ਹੋ ਗਿਆ। ਫਿਰ ਮੈਂ ਇਹ ਗੱਲਾਂ ਜਦੋਂ ਮੇਰੇ ਕੋਲ ਪਹੁੰਚੀਆਂ ਤਾਂ ਮੈਂ ਇੱਕ ਮੈਸੇਜ ਆਪਣਾ ਤਿਆਰ ਕੀਤਾ। ਮੈਂ ਕਿਹਾ ਪ੍ਰਭੂ ਯਿਸੂ ਮਸੀਹ ਨੇ ਯਹੋਨਾ ਦੀ ਅੰਜੀਲ 16 ਅਧਿਆਏ ਉਸ ਦੀ 33 ਆਇਤ 'ਚ ਲਿਖਿਆ, ਕੀ ਲਿਖਿਆ? ਹੌਸਲਾ ਰੱਖੋ ਕਿ ਮੈਂ ਇਸ ਸੰਸਾਰ ਨੂੰ ਜਿੱਤ ਲਿਆ। ਉਹ ਕਿਸ ਗੱਲ ਦਾ ਹੌਸਲਾ ਕਹਿ ਰਿਹਾ ਹੈ? ਕਿਹੜੀ ਗੱਲ ਦਾ ਕਹਿ ਰਿਹਾ? ਕਿਉਂਕਿ ਸੰਸਾਰ ਦੇ ਵਿੱਚ ਕਲੇਸ਼ ਹੈ, ਬਿਪਤਾ ਹੈ, ਮਹਾਮਾਰੀ ਹੈ। ਫਿਰ ਅਸੀਂ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਕੇ ਕਿਵੇਂ ਜੀ ਰਹੇ ਹਾਂ? ਮੈਂ ਕਿਹਾ ਆਪਣੇ ਆਪ ਦੇ ਵਿੱਚ ਪ੍ਰਕੋਸ਼ਨ ਰੱਖੋ ਜੋ ਸਾਨੂੰ ਗਵਰਨਮੈਂਟ ਨੇ ਦਿੱਤੇ ਹੈ। ਅਸੀਂ ਉਹਦੇ ਅਧੀਨ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ ਔਰ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ। ਦੂਸਰਾ, ਜਦੋਂ ਅਸੀਂ ਉਸ ਦੇ ਵਿੱਚ ਸੁਰੱਖਿਅਤ ਰੱਖਣਾ ਹੈ ਤਾਂ ਅਸੀਂ ਇੱਕ ਦੂਸਰੇ ਦੇ ਉੱਤੇ ਦੋਸ਼ ਨਹੀਂ ਲਾਣਾ ਹੈ, ਪਰ ਇਹ ਦੋਸ਼ ਦਾ ਕੰਮ ਇਸ ਵੇਲੇ ਇਸ ਯੁੱਗ ਦੇ ਈਸ਼ਵਰ ਨੇ ਸਾਡੇ ਵਿੱਚ ਪੈਦਾ ਕੀਤਾ ਹੈ। ਮੈਂ ਸਮਝ ਰਿਹਾ ਸੀ ਕਿ ਜਦੋਂ 10 ਬਿਮਾਰੀਆਂ ਪਰਮੇਸ਼ਰ ਨੇ ਮਿਸਰ ਦੇ ਵਿੱਚ ਭੇਜੀਆਂ ਤਾਂ ਇੱਕ ਵੀ ਇਸਰਾਇਲੀ ਬਿਮਾਰ ਨਹੀਂ ਹੋਇਆ। ਕਿਉਂ? ਕਿਉਂਕਿ ਪਰਮੇਸ਼ਰ ਦਾ ਉਹਨਾਂ ਨਾਲ ਇੱਕ ਗੁੱਡ ਰਿਲੇਸ਼ਨਸ਼ਿਪ ਸੀ ਔਰ ਪਰਮੇਸ਼ਰ ਦਾ ਪ੍ਰਭਾਵ ਉਹਨਾਂ ਦੇ ਉੱਤੇ ਸੀ ਔਰ ਪਰਮੇਸ਼ਰ ਉਹਨਾਂ ਨਾਲ ਪ੍ਰੇਮ ਕਰ ਰਿਹਾ ਸੀ। ਪਰਮੇਸ਼ਰ ਦੀ ਚੁਣੀ ਹੋਈ ਕੌਮ ਸੀ ਤੇ ਪਰਮੇਸ਼ਰ ਦੇ ਚੁਣੇ ਹੋਇਆਂ ਦੇ ਉੱਤੇ ਆਫਤ ਨਹੀਂ। ਜੇ ਅਸੀਂ ਬਿਮਾਰ ਵੀ ਹੋ ਰਹੇ ਹਾਂ, ਪੌਲਸ ਨੂੰ ਇੰਨਾ ਕਸ਼ਟ ਆਇਆ, ਪਰਮੇਸ਼ਰ ਇੰਨਾ ਉਹ ਬਿਮਾਰ ਹੋਇਆ, ਸਭ ਕੁਝ ਹੋਇਆ ਪੌਲਸ ਦੇ ਜੀਵਨ 'ਚ। ਪੌਲਸ ਨੇ ਇੱਕੋ ਹੀ ਗੱਲ ਕਹੀ, ਕੀ ਕਿਹਾ ਉਹਨੇ ਫਿਲਿੱਪੀਆਂ 1:21 ਦੇ ਵਿੱਚ? ਜਿਉਣਾ ਮੇਰੇ ਲਈ ਮਸੀਹ ਤੇ ਮਰਨਾ ਲਾਭ। ਸਾਡੇ ਵਿੱਚ ਮੌਤ ਦਾ ਡਰ ਨਹੀਂ ਹੋਣਾ ਚਾਹੀਦਾ। ਪੌਲਸ ਨੇ ਇਹੋ ਤਾਂ ਗੱਲ ਕਹੀ ਸੀ ਕੁਰਿੰਥੀਆਂ ਦੇ ਵਿੱਚ, ਐ ਮੌਤ ਤੇਰਾ ਡੰਕ ਕਿੱਥੇ ਹੈ? ਮੌਤ ਦਾ ਡੰਕ ਸ਼ਰਾ ਹੈ। ਔਰ ਅੱਗੇ ਕਹਿੰਦਾ ਪਰ ਧੰਨਵਾਦ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਜਿਹਨੇ ਸਾਨੂੰ ਜੀਵੰਤ ਕੀਤਾ ਹੈ, ਜਿਹਨੇ ਸਾਨੂੰ ਜੀਵੰਤ ਜੀਵਨ ਦਿੱਤਾ ਹੈ। ਤੇ ਸਾਡੇ ਵਿੱਚ ਇਹ ਡਰ ਇਹ ਸਾਡੇ ਵਿੱਚ ਨਹੀਂ ਆਉਣਾ ਚਾਹੀਦਾ। ਇਹਦਾ ਮਤਲਬ ਹੈ ਕਿ ਸਾਨੂੰ ਪਰਮੇਸ਼ਰ ਦੀ ਅਧੀਨਤਾ ਦੇ ਵਿੱਚ ਜੀਵਨ ਬਤੀਤ ਕਰਨਾ ਚਾਹੀਦਾ ਹੈ, ਚਾਹੇ ਕਿਹੋ ਜਿਹੀ ਪਰਿਸਥਿਤੀ ਦੇ ਵਿੱਚ ਵੀ ਹੋਈਏ। ਉੱਥੇ ਸਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ, ਪ੍ਰਭੂ ਜੇ ਤੈਂ ਮੈਨੂੰ ਬਿਮਾਰੀ ਦਿੱਤੀ ਹੈ, ਇਸ ਦੇ ਵਿੱਚ ਵੀ ਤੇਰੀ ਵਡਿਆਈ ਹੋਵੇ। ਜੇ ਤੂੰ ਮੈਨੂੰ ਚੰਗਾਈ ਦਿੱਤੀ ਹੈ ਤਾਂ ਮੈਨੂੰ ਆਪਣੇ ਜੀਵਨ ਦੇ ਵਿੱਚ ਇਸ ਮਹਿਮਾ ਦੇ ਲਈ ਇਸ ਸੰਸਾਰ ਦੇ ਵਿੱਚ ਇਸਤੇਮਾਲ ਕਰ ਤਾਂ ਕਿ ਤੇਰੀ ਨਾਮ ਦੀ ਮਹਿਮਾ ਹੋ ਸਕੇ। ਮੈਂ ਮਰਾਂ ਜਾਂ ਜੀਵਾਂ, ਮੈਂ ਤੇਰਾ, ਤੂੰ ਮੈਨੂੰ ਇਸਤੇਮਾਲ ਕਰ। ਦੋਸ਼ਾਰੋਪਣ ਕਦੇ ਵੀ ਅਸੈਂਬਲੀ ਦੇ ਵਿੱਚ ਨਹੀਂ। ਇੱਥੇ
ਪਿਤਾ ਨੇ ਜਦੋਂ ਉਹਨੂੰ ਇਸ ਧਰਤੀ ਦੇ ਵਿੱਚ ਜੀਵਨ ਬਤੀਤ ਕਰਨ ਭੇਜਿਆ ਤਾਂ ਕਦੇ ਵੀ ਉਸਨੇ ਆਨਾਕਾਨੀ ਨਹੀਂ ਕੀਤੀ, ਨਾ ਪਰਮੇਸ਼ਰ ਨੂੰ ਇਹ ਦੋਸ਼ ਲਾਇਆ ਤਾਂ ਮੈਨੂੰ ਇਦਾਂ ਕਿਉਂ ਕੀਤਾ, ਮੈਂ ਇਦਾਂ ਕੀਤਾ। ਨਹੀਂ, ਮੈਂ ਇਸ ਗੱਲ ਨੂੰ ਸਮਝਦਾ ਹਾਂ। ਔਰ ਜਦੋਂ ਅਸੀਂ ਯਹੋਨਾ ਦੀ ਅੰਜੀਲ 6 ਅਧਿਆਏ ਉਸ ਦੀ 57 ਆਇਤ ਨੂੰ ਪੜ੍ਹਦੇ ਹਾਂ, ਇਸ ਨੂੰ ਪੜ੍ਹ ਕੇ ਮੈਂ ਸਮਾਪਤੀ ਦੇ ਵਿੱਚ ਜਾਵਾਂਗਾ। ਯਹੋਨਾ 6 ਦਾ 57 ਦੇ ਵਿੱਚ ਲਿਖਿਆ ਹੈ, ਕਹਿੰਦਾ ਹੈ, ਜੋ ਰੋਟੀ ਸਵਰਗੋਂ ਉਤਰੀ ਹੈ ਉਹ ਇਹੋ ਹੈ, ਜਿਵੇਂ ਵੱਡਿਆਂ ਨੇ ਖਾਧੀ ਅਤੇ ਉਹ ਮਰ ਗਏ ਸੋ ਨਹੀਂ, ਪਰ ਜਿਹੜਾ ਇਹ ਰੋਟੀ ਖਾਂਦਾ ਹੈ ਉਹ ਸਦਾ ਜਿਉਂਦਾ ਰਹੇਗਾ। ਪ੍ਰਭੂ ਯਿਸੂ ਮਸੀਹ ਆਪਣੇ ਹੱਥੇ ਇਸ ਰੋਟੀ ਦੇ ਬਾਰੇ ਗੱਲ ਕਰ ਰਿਹਾ ਔਰ ਅਧੀਨਤਾ ਦੇ ਵਿੱਚ ਰਹਿ ਕੇ ਕਰ ਰਿਹਾ। ਉਸ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਉਹ ਨਾ ਕਿਸੇ ਤੇ ਦੋਸ਼, ਨਾ ਕਿਸੇ ਦੇ ਉੱਤੇ, ਮਤਲਬ ਮੇਰਾ ਕਹਿੰਦਾ ਹੈ ਆਗਿਆਕਾਰੀਤਾ ਦੇ ਵਿੱਚ ਰਿਹਾ। ਕੀ ਅਸੀਂ ਆਗਿਆਕਾਰੀਤਾ ਦੇ ਵਿੱਚ ਹਾਂ? ਕੀ ਅਸੀਂ ਅਧੀਨਤਾ ਦੇ ਵਿੱਚ ਹਾਂ? ਕੀ ਅਸੀਂ ਨਮਰਤਾ ਦੇ ਵਿੱਚ ਹਾਂ? ਜੇ ਨਮਰਤਾ ਅਤੇ ਦੀਨਤਾ ਅਤੇ ਆਗਿਆਕਾਰੀਤਾ ਦੇ ਵਿੱਚ ਹਾਂ ਤਾਂ ਸਾਡਾ ਪਿਤਾ ਦੇ ਨਾਲ ਸੰਬੰਧ ਪੁੱਤਰ ਦੇ ਵਿੱਚ ਪ੍ਰਗਟ ਹੋ ਰਿਹਾ। ਕੱਲ ਵੀ ਮੈਂ ਆਪ ਦੇ ਨਾਲ ਇਸੇ ਵਿਸ਼ੇ 'ਚ ਗੱਲ ਕਰਾਂਗਾ ਕਿ ਪੁੱਤਰ ਕਿਹਨਾਂ ਗੱਲਾਂ ਦੇ ਵਿੱਚ ਪਿਤਾ ਦੇ ਅਧੀਨ ਰਿਹਾ, ਤਾਂ ਕਿ ਅਸੀਂ ਉਸ ਪ੍ਰਗਾੜਤਾ ਦੇ ਵਿੱਚ ਯਿਸੂ ਮਸੀਹ ਨੂੰ ਦੇਖਦੇ ਹੋਏ ਉਸ ਪਿਤਾ ਦੇ ਸੰਬੰਧ ਦੇ ਵਿੱਚ ਅੱਗੇ ਵਧਦੇ ਜਾਈਏ ਔਰ ਮਜ਼ਬੂਤ ਹੋ ਜਾਈਏ, ਚਾਹੇ ਕਿੱਦਾਂ ਦੀ ਵੀ ਪਰਿਸਥਿਤੀਆਂ ਸਾਡੇ ਜੀਵਨ ਦੇ ਵਿੱਚ ਆਣ। ਪ੍ਰਭੂ ਸਾਨੂੰ ਇਸ ਪਿਤਾ ਦੇ ਸੰਬੰਧ ਦੀ ਮਜ਼ਬੂਤਤਾ ਦੇ ਵਿੱਚ ਜੀਣ ਦੇ ਲਈ ਮਦਦ ਕਰੇ। ਪ੍ਰਭੂ ਦਾ ਨਾਮ ਇਸ ਵਚਨ ਦੇ ਰਾਹੀਂ ਉੱਚਾ ਹੋਵੇ। ਆਪ ਨੇ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਸੁਣਨ ਦੇ ਲਈ ਆਪਣਾ ਸਮਾਂ ਦਿੱਤਾ ਹੈ, ਉਸ ਦੇ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹੋਇਆ ਇਸ ਵਚਨ ਨੂੰ ਇੱਥੇ ਵਿਰਾਮ ਦਿੰਦਾ ਹਾਂ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥਾ।